ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਿਤੀ 1 ਮਈ 2021 ਨੂੰ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਮੈਂ ਇੱਥੇ ਧੂਮਧਾਮ ਨਾਲ ਕਹਿਣਾ ਵੀ ਚਾਹ ਰਿਹਾ ਸੰਗਤ ਜੀ, ਪਰ ਕਹਿ ਵੀ ਨਹੀਂ ਪਾ ਰਿਹਾ, ਕਿਉਂਕਿ ਇਸ ਮਹਾਮਾਰੀ ਦੇ ਚੱਲਦਿਆਂ ਜਿੱਥੇ ਸੰਗਤਾਂ ਗੁਰੂ ਦੇ ਦਰ 'ਤੇ ਨਤਮਸਤਕ ਹੋ ਵੀ ਰਹੀਆਂ ਹਨ, ਉੱਥੇ ਬਹੁਤਾਤ ਵਿੱਚ ਉਹ ਸੰਗਤਾਂ ਵੀ ਨੇ ਜੋ ਚਾਹੁੰਦੀਆਂ ਹੋਈਆਂ ਵੀ ਇਸ ਬਿਮਾਰੀ ਕਰਕੇ ਗੁਰੂ ਘਰ ਜਾ ਨਹੀਂ ਸਕਦੀਆਂ ਅਤੇ ਵੱਖ-ਵੱਖ ਮਾਧਿਅਮਾਂ ਰਾਹੀਂ ਘਰ ਵਿੱਚ ਹਾਜ਼ਰੀਆਂ ਲਗਵਾ ਰਹੀਆਂ ਹਨ। ਪਰ ਉਹ ਸੰਗਤਾਂ ਵੀ ਸਨ ਸੰਗਤ ਜੀ ਜੋ ਜਹਾਨੋਂ ਕੂਚ ਕਰ ਗਈਆਂ ਵੱਖ-ਵੱਖ ਕਾਰਨਾਂ ਕਰਕੇ। ਕਈਆਂ ਦੇ ਲਈ ਅੱਜ ਦਾ ਦਿਨ ਇੱਕ ਆਮ ਦਿਨ ਹੋਵੇ ਅਤੇ ਕਈ ਅੱਜ ਦੇ ਦਿਨ ਦਾ ਚਾਅ ਦਿਲ ਵਿੱਚ ਹੀ ਲੈ ਕੇ ਤੁਰ ਗਏ ਹੋਣ। ਵਾਹਿਗੁਰੂ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਅਸੀਂ ਅਰਦਾਸ ਹੀ ਕਰ ਸਕਦੇ ਹਾਂ ਔਰ ਸਾਨੂੰ ਕਰਨੀ ਵੀ ਚਾਹੀਦੀ ਹੈ, ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਜਿਉਂਦੇ ਲੋਕਾਂ ਦੀ ਸਿਹਤਯਾਬੀ ਲਈ, ਪਰਮਾਤਮਾ ਦੇ ਲੜ ਲੱਗਣ ਲਈ ਅਤੇ ਸਰਬੱਤ ਦੇ ਭਲੇ ਲਈ। ਕਿਉਂਕਿ ਅਸੀਂ ਅੱਜ ਇੰਨੇ ਕੁ ਪਦਾਰਥਵਾਦੀ ਹੋ ਚੁੱਕੇ ਹਾਂ ਕਿ ਗੁਰੂ ਦੇ ਲੜ ਲੱਗਣ ਦੀ ਗੱਲ ਤਾਂ ਦੂਰ, ਇੰਨੀ ਗੱਲ ਸੁਣਨ ਨੂੰ ਵੀ ਰਾਜ਼ੀ ਨਹੀਂ ਔਰ ਗੁਰੂ ਤੋਂ ਵਾਹਿਗੁਰੂ ਤੋਂ ਦੂਰ ਰਹਿ ਕੇ ਦੁੱਖ ਸਹਿੜ ਰਹੇ ਹਾਂ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 12 ਮਹਾਂਮਾਂਝ ਵਿੱਚ ਫਰਮਾਉਂਦੇ ਹਨ ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਹੁਣ ਅਸੀਂ ਕਿੰਨਾ ਕੁ ਯਾਦ ਕਰਦੇ ਹਾਂ ਅਤੇ ਕਿੰਨੇ ਕੁ ਅਰੋਗੀ ਹਾਂ, ਇਹ ਆਪਾਂ ਆਪ ਜਾਣਦੇ ਹਾਂ। ਪਰ ਅੱਜ ਮੇਰੀ ਬੇਨਤੀ ਅੰਮ੍ਰਿਤ ਦੀ ਦਾਤ ਸੰਬੰਧੀ ਨਹੀਂ ਹੈ, ਕਿਉਂਕਿ ਇਸ ਦਾਤ ਬਾਰੇ ਹਰ ਰੋਜ਼ ਹਰ ਵੇਲੇ ਗੁਰੂ ਕੇ ਪਿਆਰੇ ਸਾਨੂੰ ਪ੍ਰੇਰ ਰਹੇ ਹਨ ਅਤੇ ਸਾਡੇ ਆਪਣੇ ਹੱਥ ਵਿੱਚ ਵੀ ਇੱਕ ਵੱਡਾ ਸਾਧਨ ਹੈ ਜਿਸ ਦੇ ਜ਼ਰੀਏ ਅਸੀਂ ਆਪਣੀਆਂ ਅੰਮ੍ਰਿਤ ਦੀ ਦਾਤ ਸੰਬੰਧੀ ਦੁਵਿਧਾਵਾਂ ਜਾਂ ਸ਼ੰਕਿਆਂ ਨੂੰ ਦੂਰ ਕਰ ਸਕਦੇ ਹਾਂ। ਪਰ ਸਾਡਾ ਆਪਣਾ ਮਨਘੜੰਤ ਬਹਾਨਾ ਕਿ ਕੋਈ ਨਹੀਂ, ਜਦੋਂ ਗੁਰੂ ਨੇ ਚਾਹਿਆ ਤਾਂ ਛਕ ਲਵਾਂਗੇ, ਇਸ ਦਾ ਤਾਂ ਫਿਰ ਇਹ ਮਤਲਬ ਹੋਇਆ ਕਿ ਸਾਡੇ ਵੱਲੋਂ ਤਾਂ ਕੋਈ ਢਿੱਲ ਨਹੀਂ, ਬਸ ਗੁਰੂ ਹੀ ਨਹੀਂ ਚਾਹੁੰਦਾ ਪਿਆ। ਵਾਹ ਬਈ, ਸ਼ਾਬਾਸ਼ ਆ ਸਾਡੇ। ਪਰ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਯਾਦ ਰੱਖਣਾ ਕਿ ਪਹਿਲਾ ਕਦਮ ਤੈਨੂੰ ਹੀ ਪੁੱਟਣਾ ਪਏਗਾ, ਫਿਰ ਦੇਖੀ ਗੁਰੂ ਕਰੋੜਾ ਕਦਮ ਆਪ ਚੱਲ ਕੇ ਲੈਣ ਆਏਗਾ। ਦੂਜੀ ਗਿਣਤੀ ਉਸ ਬਹਾਨੇ ਦੀ ਵੀ ਬਹੁਤ ਹੈ ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਹਾਲੇ ਬਥੇਰੀ ਉਮਰ ਪਈ ਆ, ਕੋਈ ਨਹੀਂ ਚੱਕ ਲਵਾਂਗੇ। ਤਾਂ ਇਸ ਦਾ ਸਪਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ ਹੈ, ਬਸ ਅੱਜ ਬਣੇ ਇਸ ਮਹਾਮਾਰੀ ਕਰਕੇ ਹਾਲਾਤਾਂ ਵੱਲ ਹੀ ਝਾਤੀ ਮਾਰ ਲੈਣੀ ਚਾਹੀਦੀ ਹੈ। ਕਿੰਨਿਆਂ ਨੇ ਕਿਹਾ ਹੋਣਾ ਕਿ ਬਸ ਫਲਾਣੇ ਦਿਨ ਦੁਨੀਆ ਦੇ ਕੰਮਾਂ ਕਾਰਾਂ ਦੇ ਨਾਲ ਨਾਲ ਭਗਵਾਨ ਦੇ ਲੜ ਵੀ ਲੱਗ ਜਾਵਾਂਗੇ, ਅੱਲਾਹ ਦੇ ਲੜ ਲੱਗ ਜਾਣਾ, ਗੁਰੂ ਦੇ ਲੜ ਲੱਗ ਜਾਣਾ, ਪਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਉਹ ਜਹਾਨੋਂ ਕੂਚ ਕਰ ਗਏ ਅਤੇ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਸਿਹਤਯਾਬ ਹੋ ਕੇ ਘਰ ਮੁੜੇ ਆਏ, ਉਹਨਾਂ ਵਿੱਚ ਹੋ ਸਕਦਾ ਕੁਝ ਪਰਮਾਤਮਾ ਦੇ ਗੁਰੂ ਦੇ ਲੜ ਲੱਗ ਗਏ ਹੋਣ ਅਤੇ ਕੁਝ ਫਿਰ ਤੋਂ ਹੌਲੀ ਹੌਲੀ ਪਹਿਲੇ ਹੀ ਨਿਗਰੇ ਵਾਲੀ ਜ਼ਿੰਦਗੀ ਵੱਲ ਨੂੰ ਪਰਤ ਰਹੇ ਹੋਣ। ਵਾਹਿਗੁਰੂ ਜੀ ਸਭ ਉੱਤੇ ਤਰਸ ਕਰਨ। ਪਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਯਾਦ ਰੱਖਣਾ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਏ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰਾ ਸ਼ਬਦ ਯਾਦ ਰੱਖਣਾ ਜੀ ਔਰ ਇਸ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰਨਾ। ਹੋ ਸਕਦਾ ਕਈਆਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਹੋਵੇ ਕਿ ਹਰ ਵੇਲੇ ਅੰਮ੍ਰਿਤ ਛਕਣ 'ਤੇ ਕਿਉਂ ਜ਼ੋਰ ਦਿੰਦੇ ਰਹਿੰਦੇ ਹਨ। ਤਾਂ ਸੰਖੇਪ ਮਾਤਰ ਬੇਨਤੀ ਕਰਕੇ ਮੈਂ ਮੁੜ ਅੱਜ ਦੇ ਪਵਿੱਤਰ ਦਿਹਾੜੇ ਸੰਬੰਧੀ ਮੁੜਨਾ ਕਰੂੰਗਾ ਕਿ ਸਿੱਖੀ ਦਾ ਮੂਲ ਕਾਰਜ ਹੈ ਨਾਮ ਜਪਣਾ ਔਰ ਨਾਮ ਦੀ ਦਾਤ ਸਿਰਫ ਔਰ ਸਿਰਫ ਅੰਮ੍ਰਿਤ ਛਕਣ ਉਪਰੰਤ ਪੰਜ ਪਿਆਰੇ ਸਾਹਿਬਾਨਾਂ ਜੀ ਤੋਂ ਹੀ ਮਿਲ ਸਕਦੀ ਹੈ ਜੀ। ਇਸ ਤੋਂ ਇਲਾਵਾ ਹੋਰ ਕਿਤੋਂ ਨਹੀਂ ਮਿਲ ਸਕਦੀ। ਔਰ ਜੇ ਕੋਈ ਦਾਅਵਾ ਕਰਦਾ ਵੀ ਹੈ ਤਾਂ ਉਹ ਸਭ ਢੋਂਗ ਹੈ, ਸਮਾਂ ਬਰਬਾਦ ਕਰਨਾ ਹੈ, ਹੋਰ ਕੁਝ ਨਹੀਂ। ਸੋ ਜਲਦੀ ਤੋਂ ਜਲਦੀ ਗੁਰੂ ਦੇ ਪੇੜੇ 'ਤੇ ਸਵਾਰ ਹੋ ਕੇ ਸਿਰਫ ਬਾਹਰੀ ਸਿੱਖ ਹੋਣ ਦੀ ਦਿੱਖ ਤੋਂ ਉੱਤੇ ਉੱਠ ਕੇ ਗੁਰੂ ਦੇ ਸਿੱਖ ਬਣੀਏ, ਗੁਰਸਿੱਖ ਬਣੀਏ। ਹੁਣ ਮੈਂ ਹੋਰ ਆਪ ਜੀ ਦਾ ਸਮਾਂ ਨਾ ਲੈਂਦਾ ਹੋਇਆ ਅੱਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਬੇਨਤੀ ਕਰਾਂ ਕਿ ਇਹ ਸਿਰਫ ਸ਼ਤਾਬਦੀਆਂ ਨਹੀਂ ਹਨ। ਜੇਕਰ ਗੁਰੂ ਦੇ ਤਰ ਸਦਕਾ ਅਸੀਂ ਮੰਨ ਸਕਦੇ ਹੋਈਏ ਤਾਂ ਸਾਡੇ ਸਭ ਦੇ ਵੱਡੇ ਭਾਗ ਹਨ ਕਿ ਅਸੀਂ ਅੱਜ ਇੱਕ ਅਤ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਮਾਣ ਰਹੇ ਹਾਂ। ਆਪਾਂ ਸਾਧਾਰਨ ਲਫ਼ਜ਼ਾਂ ਵਿੱਚ ਇਸ ਅਸਾਧਾਰਨ ਦਿਹਾੜੇ ਸੰਬੰਧੀ ਜਾਣਨ ਦਾ ਗੁਰੂ ਕਿਰਪਾ ਨਾਲ ਯਤਨ ਕਰਦੇ ਹਾਂ। ਹੁਣ ਤੁਸੀਂ ਦੇਖੋ, ਅੱਜ ਅਸੀਂ ਕਹਿ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਜਨਮ ਦਿਨ ਹੈ, ਜਾਂ ਕਹਿ ਲਈਏ ਕਿ ਗੁਰੂ ਸਾਹਿਬ ਜੀ ਦੀ 400 ਸਾਲ ਦੀ ਉਮਰ ਹੋ ਗਈ। ਪਰ ਕੀ ਪ੍ਰਕਾਸ਼ ਦਿਹਾੜਾ ਮਨਾਉਣ ਦਾ ਚਾਅ
पिछले साल भी सी जदों गुरु साहिब जी का 399वां प्रकाश पुरब सी, या जदों अगले साल 401वां प्रकाश दिहाड़ा आएगा कि उदों भी असी इन्हें चाह नाल मनावांगे। चाह नाल मनाउणा, चाह नाल मनाउण नाल मेरा मतलब ये नहीं कि असी कदे चाह नाल नहीं मनाया पहलां ਅਤੇ आउण वाले समय ਵਿੱਚ भी नहीं मनावांगे। मेरे कहने का मतलब है अर्ध शताब्दियां ਜਾਂ शताब्दियां वांगू नहीं मना पावांगे, नहीं मनावांगे। जो असी 300 350वें प्रकाश पुरब ते मनाई सी ਅਤੇ जो असी 450 ਜਾਂ 500वें प्रकाश पुरब ते मनावांगे, की खास है इन्हां शताब्दियां विच। मैं अपनी ਅਤੇ अपने परिवार की उम्र का हवाला दे के समझाना करूँगा। आप जी ध्यान नाल सुनना जी, बेनती है जी। मेरी उम्र अज 39 साल की है। ਜਦੋਂ संगत ने 350 साला गुरु साहिब जी का प्रकाश पुरब मनाया सी तो उदों मैं हाले जम्मिया भी नहीं सी ਅਤੇ मेरे माता पिता सिर्फ 14-15 सालों के सन। ये साडे दोवां पीढ़ियां वास्ते सुभागी घड़ी है कि अज ये पवित्र दिहाड़ा गुरु किरपा सदका असी इकट्ठे मना रहे हैं। और जे वाहिगुरू जी ने सवास बख्शे तो जदों 450वां प्रकाश पुरब आएगा 2071 विच, तो मेरे माता पिता जी की उम्र होगी 115-16 साल, मेरी ਅਤੇ मेरी ਸਿੰਘਣੀ की उम्र होगी 86 ਤੇ 99 साल, ਅਤੇ सुनना करना जी हुण, ਅਤੇ मेरी ਧੀਆਂ की उम्र होएगी 53 ਤੇ 59 साल। पर ध्यान देना संगत जी, पर जेकर महाराज ने ये सवास ना बख्शे फिर हो सकता साडे विच किसे नूं परिवार विचों हो सकता साडे विचों किसे नूं इन्ने लंबे सवास मिलन ते किसे नूं ना मिलन। हो सकता सारा परिवार 450 सालां देखे पर मेरे नसीब विच 401वां साल भी ना होवे। हुण संगत जी इस उदाहरण नूं अपने अपने ते टुका के आपे देखो अते सोचो ਅਤੇ शुकराना करो सो वाहिगुरू जी का, गुरु तेग बहादुर साहिब जी का, जिन्हों ने सानू इकट्ठिਆਂ ਨੂੰ ਅੱਜ 400ਵਾਂ प्रकाश दिहाड़ा बख्शिया है। सवासां ਦਾ कुछ नहीं पता संगत जी, ये दिहाड़ा भी किते मोबाइलों ते सिर्फ चंगे चंगे सुनेहे भेज के ना लंघ जाए। बहुत हो गई WhatsApp और फेसबुकों ते अरदासां ते जथेदारियां। हुण गुरु की गल भी मनीए, गुरु दे लड़ लग के भी अरदास करके देखिए, फिर देखना मेरा सच्चा पातशाह किदां अपनी रज़ा विच दुनियावी ਅਤੇ दरगाही जथेदारियां बख्शदा। नेम नाल प्रेम नाल रोज़ गुरु घर जाइए, संगतां दे चरनां दी धूड़ लोचीए। एक बेनती होर शामिल करना चाहूँगा साढ़े सारिਆਂ ਦੇ ਘਰਾਂ ਦੇ जो नेड़े ਦੇ गुरु घर ਹਨ ਉਹਨਾਂ संबंधी। सचखंड श्री हरमंदर साहिब ਸਾਡੇ ਲਈ ਸਭ ਤੋਂ ਉੱਚਾ ਅਤੇ ਸਤਿਕਾਰਤ ਅਸਥਾਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਸਾਹਿਬ श्री गुरु रामदास जी ਦੇ ਦਰੋਂ ਘਰੋਂ ਜਾਰੀ ਹੋਣ ਵਾਲੇ ਹੁਕਮਨਾਮਾ ਸਾਹਿਬ ਜੀ ਦੀ सानू सब नूं उड़ीक हुंदी है, पर असीं धड़ा धड़ सवेर नूं एक दूजे नूं भेजण दी होड़ विच लग जांदे हां। पर साडे नेड़े दे गुरु घर विच गुरु साहिब जी दा की हुक्म आया है ये सानू पता भी नहीं हुंदा। असीं हर वेले ये लोचदे हां अते अरदास करदे हां कि सच्चे पातशाह श्री गुरु रामदास साहिब जीओ सानू जल्दी जल्दी अपने दर घर श्री हरमंदर साहिब जी दे दर्शन बख्शो। अते जदों ये सुभागीਆਂ घड़ियां आंदियां हन तो असीं बड़े चाह नाल जांदे हां दर्शनां नूं, सेवा करदे हां और सब दे मन दी आस हुंदी आ कि असीं उत्थे पालकी साहिब नूं मोढा दईए। और कईयां नूं महाराज जी दी किरपा नाल ये मौका मिल भी जांदा है। पर संगत जी एक होर पक्ष साझा करना चाहूँगा इत्थे कि साडे नेड़ले कई गुरु घरां विच तां सिर्फ इकल्ले भाई साहिब जी ही गुरु ग्रंथ साहिब जी दे पावन सरूप नूं सुख आसन साहिब तो लैके प्रकाश अस्थान तक लैके जांदे हन। कि तुसीं इस गल तो जाणू हो, इन्नी भी संगत नहीं हुंदी उत्थे। मेरी गुरु घर विच सिर्फ 4 साल की उम्र है जी, अते मेरे इस कथन नाल मेरी बेनती आप जी दे चरनां विच मेरे इस कथन नाल मैनूं उन्हां प्रचारकां दे नाल ना खड़ा कर देना संगत जी जो गुरधामां ਜਾਂ ਸਰੋਵਰਾਂ ਜਾਂ ਭੋਰਿਆਂ ਦੇ ਉੱਥੇ ਦਰਸ਼ਨਾਂ ਨੂੰ ਜਾਣ ਨੂੰ ਨਿੰਦਦੇ ਹਨ। ਇਹ ਮੇਰੀ ਬੇਨਤੀ ਹੈ ਜੀ ਆਪ ਚਰਨਾਂ ਵਿੱਚ। ਔਰ ਵੈਸੇ ਵੀ ਮੈਂ ਕੋਈ ਪ੍ਰਚਾਰਕ ਨਹੀਂ ਹਾਂ ਜੀ, ਇਹ ਤਾਂ ਸਿਰਫ ਦਰਦ ਹੈ ਜੋ ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਸੰਗਤਾਂ ਤੋਂ ਬਿਨਾਂ ਜਾਂ ਸਿਰਫ ਕੁਝ ਕੁ ਸਰੀਰਾਂ ਨੂੰ ਦੇਖ ਕੇ ਉਪਜਿਆ ਹੈ। ਆਓ ਮੇਰੇ ਬਜ਼ੁਰਗੋ, ਭੈਣੋ, ਭਰਾਵੋ, ਦੋਵੇਂ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਏ। ਘਬਰਾਇਓ ਨਾ, ਗੁਰੂ ਘਰ ਆਉਣ ਲਈ ਅੰਮ੍ਰਿਤ ਛਕਣ ਦੀ ਲੋੜ ਨਹੀਂ ਪੈਂਦੀ,
पर जदों लगातार आण लग पे तो गुरु ते भरोसा करके इन्नी गल कह रहा कि फिर अमृत की दात आप मंगोगे, रो रो के मंगोगे, वैराग विच मंगोगे, चढ़दी कला विच मंगोगे। फिर तुसीं आप मुहारे कहोगे असीं तां एवें ही जिंदगी दे इन्ने साल गुरु तो दूर रह के खराब कर लए, ये नवीं जिंदगी तां गुरु ने बड़ी जबरदस्त बख्शी है, जबरदस्त। बस इस जबरदस्त वर्गे छोटे शब्दों नाल ही सरना पैना, क्योंकि गुरु दे लड़ लग के जिहड़ी जिंदगी बननी है उसनूं बयान करन लई तुहानूं असली लफ्ज़ मिलने ही नहीं, ये सिर्फ मने ही जाना है। सो छेती छेती मानो। संगत जी इत्थे समाप्ति है जी। आप जी ने इन्ना समा कढ़ के बेनतियां सुनिया, आप जी का बहुत बहुत शुक्र है जी, धन्नवाद है जी। बेनतियां करदियां हो गईयां बेअंत भुलां नूं जी, आप जी अनजान बच्चा समझ के मुआफ़ कर देना जी, ਅਤੇ गुरु चरणों ਦੇ ਵਿੱਚ ਅਰਦਾਸ ਕਰਨਾ मैं ਅੱਗੇ ਤੋਂ ਗਲਤੀਆਂ ਨਾ ਕਰ ਸਕਾਂ जी। ਕਿਸੇ ਵੀ ਮੇਰੇ ਸ਼ਬਦ ਨੇ ਆਪ ਜੀ ਦਾ ਮਨ ਦੁਖਾਇਆ ਹੋਵੇ मैं फिर तो आपके चरणों में हथ जोड़ के माफ़ी मंगदा हाँ जी। और एक बार फिर आप सब नूं साहिब श्री गुरु तेग बहादुर साहिब सच्चे पातशाह जी के 400वें प्रकाश पुरब की बेअंत बेअंत बधाइयां होण जी। वाहिगुरू जी का खालसा, वाहिगुरू जी की फतेह।